ਹੈਲੋ ਫਰੈਂਡਸ, ਵੈਲਕਮ ਟੂ ਯੂ ਇਨ ਹਾਈ-ਫਾਈ ਜੀਕੇ ਗੁਰੂ ਜੀ YouTube ਚੈਨਲ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪੜ੍ਹਨ ਜਾ ਰਹੇ ਹਾਂ 9th ਕਲਾਸ ਦਾ ਅਗਲਾ ਟੌਪਿਕ ਵਣ ਸਮਾਜ ਅਤੇ ਬਸਤੀਵਾਦ। ਜੇ ਤੁਸੀਂ ਮੇਰੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਪਾਂ ਆਪਣੀ ਜਿਹੜੀ ਸਟੱਡੀ ਆ ਉਹਨੂੰ ਅੱਗੇ ਸਪੀਡ ਨਾਲ ਕੰਟੀਨਿਊ ਕਰ ਸਕੀਏ। ਅਤੇ ਮੇਰੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ NCERT ਦੀਆਂ ਬੁੱਕਸ ਵਿੱਚੋਂ ਕੁਝ ਵੀ ਲੱਭਣ ਦੀ, ਉਹਨਾਂ ਨੂੰ ਖਰੀਦਣ ਦੀ ਜਾਂ ਉਹਨਾਂ 'ਚੋਂ ਪੜ੍ਹਨ ਦੀ ਲੋੜ ਨਹੀਂ ਹੈਗੀ ਅਤੇ ਨਾ ਹੀ ਨੋਟਸ ਬਣਾਉਣ 'ਤੇ ਆਪਣਾ ਟਾਈਮ ਵੇਸਟ ਕਰਨ ਦੀ ਲੋੜ ਹੈ। ਠੀਕ ਹੈ, ਤੁਸੀਂ ਜਿਹੜੀ ਹੈਗੀ ਆ ਵੀਡੀਓ ਨੂੰ 2-3 ਵਾਰ ਦੇਖੋ ਕਿਉਂਕਿ ਲੈਸਨ ਵਿੱਚੋਂ ਜਿੰਨੇ ਵੀ ਟੂ ਦਾ ਪੁਆਇੰਟ ਮੋਸਟ ਇੰਪੋਰਟੈਂਟ ਕੁਐਸਚਨ ਬਣਦੇ ਸੀ ਸਾਰੇ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ। ਐਂਡ ਪੰਜਾਬ ਦੇ ਹਰ ਕੰਪੀਟੀਸ਼ਨ ਐਗਜ਼ਾਮ ਦੇ ਲਈ ਇਹ ਕੁਐਸਚਨ ਆ ਜਿਹੜੇ ਤੁਹਾਡੇ ਲਈ ਇੰਪੋਰਟੈਂਟ ਨੇ। ਠੀਕ ਹੈ, ਅਤੇ ਇਸ ਤੋਂ ਬਿਨਾਂ ਜੇ ਤੁਹਾਡੇ ਵਿੱਚੋਂ ਕੋਈ ਵੀ PDF ਬਾਏ ਕਰਨ ਦਾ ਵਿਲਿੰਗ ਆ ਤਾਂ ਸਾਡੇ ਚੈਨਲ ਵਿੱਚ ਅਬਾਊਟ 'ਚ ਜਾ ਕੇ ਜਿਹੜਾ WhatsApp ਨੰਬਰ ਦਿੱਤਾ ਹੋਇਆ ਵਾ, ਤੁਸੀਂ ਉਸ WhatsApp ਨੰਬਰ 'ਤੇ ਮੈਸੇਜ ਕਰਕੇ ਕਾਲ ਕਰਕੇ ਜਿਹੜਾ ਹੈਗਾ ਵਾ ਨੋਟਸ ਬਾਏ ਕਰ ਸਕਦੇ ਹੋ। ਇਹਨਾਂ ਦਾ ਜਿਹੜਾ ਪ੍ਰਾਈਸ ਆ ਉਹ ਬਹੁਤ ਚੀਪ ਆ, ਐਕਸਪੈਂਸਿਵ ਨਹੀਂ ਹੈਗਾ। ਠੀਕ ਹੈ, ਤਾਂ ਆਓ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰੀਏ। ਵਣ ਸਮਾਜ ਅਤੇ ਬਸਤੀਵਾਦ। ਵਣ ਸਮਾਜ ਤੋਂ ਕੀ ਭਾਵ ਹੈ? ਵਣ ਸਮਾਜ ਤੋਂ ਭਾਵ ਉਹਨਾਂ ਲੋਕਾਂ ਤੋਂ ਹੈ ਜਿਹੜੇ ਵਣਾਂ ਦੇ ਆਲੇ ਦੁਆਲੇ ਰਹਿੰਦੇ ਹਨ ਅਤੇ ਆਪਣੀ ਰੋਜੀ ਰੋਟੀ ਲਈ ਜ਼ਿਆਦਾਤਰ ਵਣਾਂ 'ਤੇ ਨਿਰਭਰ ਕਰਦੇ ਹਨ। ਠੀਕ ਹੈ, ਜਾਣੀ ਕਿ ਆਦੀਵਾਸੀ। ਬਸਤੀਵਾਦ ਤੋਂ ਕੀ ਭਾਵ ਹੈ? ਇੱਕ ਰਾਸ਼ਟਰ ਜਾਂ ਰਾਜ ਦੁਆਰਾ ਕਿਸੇ ਕਮਜ਼ੋਰ ਦੇਸ਼ ਦੀ ਕੁਦਰਤੀ ਅਤੇ ਮਨੁੱਖੀ ਸੰਪੱਤੀ 'ਤੇ ਪ੍ਰਤੱਖ ਜਾਂ ਅਪ੍ਰਤੱਖ ਨਿਯੰਤਰਣ ਅਤੇ ਉਸ ਦੀ ਆਪਣੇ ਹਿੱਤਾਂ ਲਈ ਵਰਤੋਂ ਬਸਤੀਵਾਦ ਅਖਵਾਉਂਦਾ ਹੈ। ਦੇਖੋ ਇਹ ਦੋਨੇ ਕੁਐਸਚਨ ਨੇ ਜਿਹੜੇ ਇਹਨਾਂ ਵਿੱਚ ਡੈਫੀਨੇਸ਼ਨ ਦਿੱਤੀ ਹੋਈ ਆ, ਇਹ PCS ਦੇ ਰਿਟਨ ਐਗਜ਼ਾਮ ਲਈ ਵੀ ਮੋਸਟ ਇੰਪੋਰਟੈਂਟ ਹੋ ਸਕਦੇ ਆ। ਠੀਕ ਹੈ, ਬਸਤੀਵਾਦ ਕੀ ਹੁੰਦਾ ਕਿ ਮੰਨ ਲਓ ਜਿਵੇਂ ਇੰਗਲੈਂਡ ਦੇ ਜਿਹੜੇ ਸੀਗੇ ਅੰਗਰੇਜ਼ ਸੀਗੇ, ਠੀਕ ਆ, ਉਹਨਾਂ ਨੇ ਇੰਡੀਆ ਵਿੱਚ ਆ ਕੇ ਆਪਣੀਆਂ ਬਸਤੀਆਂ ਸਥਾਪਿਤ ਕੀਤੀਆਂ ਸੀਗੀਆਂ। ਇੱਥੋਂ ਦੇ ਜਿਹੜੇ ਮਤਲਬ ਮਨੁੱਖੀ ਸਾਧਨ ਸੀਗੇ ਚਾਹੇ ਕੁਦਰਤੀ ਸਾਧਨ ਸੀ, ਠੀਕ ਆ, ਕੱਚਾ ਮਾਲ ਜਿਵੇਂ ਲਿਜਾਣ ਲੱਗੇ ਸੀ ਉਹਨਾਂ 'ਤੇ ਆਪਣਾ ਅਧਿਕਾਰ ਜਮਾਉਣ ਲੱਗੇ ਸੀ ਨਾ, ਆਪਣਾ ਕੰਟਰੋਲ ਕਰਨ ਲੱਗੇ ਸੀ, ਉਹਨੂੰ ਕਹਿ ਦਿੰਦੇ ਆ ਬਸਤੀਵਾਦ। ਉਦਯੋਗਿਕ ਕ੍ਰਾਂਤੀ ਕਿਸ ਮਹਾਂਦੀਪ ਵਿੱਚ ਸ਼ੁਰੂ ਹੋਈ? ਯੂਰਪ ਵਿੱਚ। ਇੰਪੀਰੀਅਲ ਵਣ ਖੋਜ ਸੰਸਥਾ ਕਿੱਥੇ ਹੈ? ਦੇਹਰਾਦੂਨ। ਭਾਰਤ ਦੀ ਆਧੁਨਿਕ ਬਾਗਬਾਨੀ ਦਾ ਮੋਢੀ ਕੌਣ ਮੰਨਿਆ ਜਾਂਦਾ ਹੈ? ਡਾਇਟਰਿਚ ਬ੍ਰੈਡਿਸ਼। ਭਾਰਤ ਵਿੱਚ ਸਮੁੰਦਰੀ ਜਹਾਜ਼ਾਂ ਲਈ ਕਿਹੜੇ ਰੁੱਖ ਦੀ ਲੱਕੜੀ ਸਭ ਤੋਂ ਵਧੀਆ ਮੰਨੀ ਜਾਂਦੀ ਸੀ? ਸਾਗਵਾਨ। ਮੁੰਡਾ ਅੰਦੋਲਨ ਕਿਹੜੇ ਇਲਾਕੇ ਵਿੱਚ ਹੋਇਆ? ਛੋਟਾ ਨਾਗਪੁਰ। ਮਨੁੱਖ ਲਈ ਮਹੱਤਵਪੂਰਨ ਸਾਧਨ ਕਿਹੜੇ ਹਨ? ਵਣ ਅਤੇ ਜਲ। ਕੋਲੋਨੀਅਲਿਜ਼ਮ ਸ਼ਬਦ ਲਤੀਨੀ ਭਾਸ਼ਾ ਦੇ ਕਿਹੜੇ ਸ਼ਬਦ ਤੋਂ ਬਣਿਆ ਹੈ? ਕਾਲੋਨੀਆ ਤੋਂ। ਯੂਰਪ ਵਿੱਚ ਕਿਹੜੇ ਦਰੱਖਤ ਦੀ ਲੱਕੜੀ ਤੋਂ ਸਮੁੰਦਰੀ ਜਹਾਜ਼ ਬਣਾਏ ਜਾਂਦੇ ਸਨ? ਓਕ ਦੇ ਦਰੱਖਤ ਤੋਂ, ਅਤੇ ਇੰਡੀਆ ਵਿੱਚ ਸਾਗਵਾਨ ਦੇ। ਬਿਰਸਾ ਮੁੰਡਾ ਨੂੰ ਕਦੋਂ ਗ੍ਰਿਫਤਾਰ ਕੀਤਾ ਗਿਆ? 8 ਅਗਸਤ 1895 ਈਸਵੀ ਨੂੰ। ਬਿਰਸਾ ਮੁੰਡਾ ਨੂੰ ਕਿਹੜੇ ਸਥਾਨ ਤੋਂ ਗ੍ਰਿਫਤਾਰ ਕੀਤਾ ਗਿਆ? ਚਲਕਟ ਤੋਂ। ਖੇਤੀਬਾੜੀ ਦਾ ਰਵਾਇਤੀ ਢੰਗ ਕਿਸ ਨੂੰ ਮੰਨਿਆ ਜਾਂਦਾ ਹੈ? ਝੂਮ ਜਾਂ ਬਦਲਵੀਂ ਖੇਤੀ ਨੂੰ। ਜੰਗਲਾਂ ਦੀ ਕਟਾਈ ਦੇ ਕੋਈ 2 ਕਾਰਨ ਲਿਖੋ। ਖੇਤੀਬਾੜੀ ਦਾ ਵਿਸਤਾਰ, ਵਪਾਰਕ ਫਸਲਾਂ ਦੀ ਖੇਤੀ। ਕਿਹੜੇ ਪ੍ਰਾਚੀਨ ਭਾਰਤੀ ਰਾਜੇ ਨੇ ਜੀਵ ਹੱਤਿਆ 'ਤੇ ਪਾਬੰਦੀ ਲਗਾਈ ਸੀ? ਸਮਰਾਟ ਅਸ਼ੋਕ ਨੇ। ਨੀਲਗਿਰੀ ਦੀਆਂ ਪਹਾੜੀਆਂ 'ਤੇ ਕਿਹੜੇ ਰੁੱਖ ਲਾਏ ਗਏ? ਬਬੂਲ ਦੇ ਰੁੱਖ। 4 ਵਪਾਰਕ ਫਸਲਾਂ ਦੇ ਨਾਂ ਦੱਸੋ। ਕਪਾਹ, ਪਟਸਨ, ਚਾਹ, ਕਾਫੀ, ਰਬੜ ਆਦਿ। ਬਿਰਸਾ ਮੁੰਡਾ ਨੇ ਕਿਹੜਾ ਨਾਅਰਾ ਦਿੱਤਾ? ਅਬੂਆ ਦੇਸ਼ ਵਿੱਚ ਅਬੂਆ ਰਾਜ। ਜੋਧਪੁਰ ਦੇ ਰਾਜੇ ਨੂੰ ਕਿਸ ਭਾਈਚਾਰੇ ਦੇ ਲੋਕਾਂ ਨੇ ਕੁਰਬਾਨੀ ਦੇ ਕੇ ਰੁੱਖਾਂ ਦੀ ਕਟਾਈ ਤੋਂ ਰੋਕਿਆ? ਬਿਸ਼ਨੋਈ ਭਾਈਚਾਰਾ ਦੇ ਲੋਕਾਂ ਨੇ। ਅੱਜ ਕੱਲ੍ਹ ਭਾਰਤ ਦੀ ਕੁੱਲ ਭੂਮੀ ਦਾ ਲਗਭਗ ਕਿੰਨਾ ਭਾਗ ਖੇਤੀਬਾੜੀ ਦੇ ਅਧੀਨ ਹੈ? ਅੱਧਾ ਭਾਗ। 19ਵੀਂ ਸਦੀ ਵਿੱਚ ਇੰਗਲੈਂਡ ਦੀ ਰਾਇਲ ਨੇਵੀ ਲਈ ਸਮੁੰਦਰੀ ਜਹਾਜ਼ ਨਿਰਮਾਣ ਦੀ ਸਮੱਸਿਆ ਪੈਦਾ ਹੋਣ ਦਾ ਕਾਰਨ ਕੀ ਸੀ? ਅਨੇਕ ਜੰਗਲਾਂ ਦੀ ਕਮੀ। ਭਾਰਤ ਵਿੱਚ ਇੱਥੇ ਜਿਹੜੀ ਹੈਗਾ ਮਿਸਪ੍ਰਿੰਟ ਹੋਇਆ ਵਾ, ਇੱਥੇ ਹੈਗਾ ਜੰਗਲਾਂ। ਠੀਕ ਹੈ, ਭਾਰਤ ਵਿੱਚ ਜੰਗਲਾਂ ਦਾ ਪਹਿਲਾ ਇੰਸਪੈਕਟਰ ਜਨਰਲ ਕੌਣ ਸੀ? ਤਾਂ ਉਹ ਸੀਗਾ ਜਰਮਨੀ ਜਿਹੜਾ ਦੇਸ਼ ਆ, ਜਰਮਨੀ ਦਾ ਡਾਇਟਰਿਚ ਬ੍ਰੈਡਿਸ਼। ਅੱਗੇ ਹੈ ਭਾਰਤ ਵਣ ਸੇਵਾ ਦੀ ਸਥਾਪਨਾ ਕਦੋਂ ਹੋਈ? 1864 ਈਸਵੀ ਵਿੱਚ। ਭਾਰਤੀ ਵਣ ਸੇਵਾ ਕਾਨੂੰਨ ਕਿਹੜੇ ਸਾਲ ਬਣਿਆ? 1864 ਈਸਵੀ ਵਿੱਚ। ਇੰਪੀਰੀਅਲ ਫਾਰੈਸਟ ਰਿਸਰਚ ਇੰਸਟੀਚਿਊਟ ਦੇਹਰਾਦੂਨ ਦੀ ਸਥਾਪਨਾ ਕਦੋਂ ਹੋਈ? 1906 ਈਸਵੀ ਵਿੱਚ। ਬਸਤਰ ਵਿੱਚ ਬ੍ਰਿਟਿਸ਼ ਸ਼ਾਸਨ ਦੇ ਵਿਰੁੱਧ ਵਿਦਰੋਹ ਦਾ ਨੇਤਾ ਕੌਣ ਸਨ? ਉਹ ਸੀਗਾ ਗੁੰਡਾ ਦਲ। 1850 ਈਸਵੀ ਦੇ ਦਹਾਕੇ ਵਿੱਚ ਰੇਲਵੇ ਦੇ ਸਲੀਪਰ ਕਿਸ ਤੋਂ ਬਣਾਏ ਜਾਂਦੇ ਸਨ? ਲੱਕੜੀ ਤੋਂ। ਭਾਰਤੀ ਵਣ ਐਕਟ ਕਦੋਂ ਪਾਸ ਹੋਇਆ? 1865 ਈਸਵੀ ਵਿੱਚ। ਸਭ ਤੋਂ ਚੰਗੇ ਵਣ ਕਿਹੜੇ ਅਖਵਾਉਂਦੇ ਹਨ? ਰਾਖਵੇਂ।
ਵਣ ਉਨਮੂਲਨ ਤੋਂ ਕੀ ਭਾਵ ਹੈ? ਵਣਾਂ ਦਾ ਕਟਾਓ। 2 ਨਗਦੀ ਫਸਲਾਂ ਦੇ ਨਾਂ ਦੱਸੋ? ਗੰਨਾ ਅਤੇ ਕਪਾਹ। 19ਵੀਂ ਸਦੀ ਦੇ ਆਰੰਭ ਵਿੱਚ ਬਸਤੀਵਾਦੀ ਸ਼ਾਸਕ ਜੰਗਲਾਂ ਦੀ ਸਫਾਈ ਕਿਉਂ ਕਰਨਾ ਚਾਹੁੰਦੇ ਸਨ? ਉਹ ਜੰਗਲਾਂ ਨੂੰ ਬੰਜਰ ਅਤੇ ਵਿਖਮ ਸਥਾਨ ਸਮਝਦੇ ਸਨ। ਬਸਤੀਵਾਦੀ ਸ਼ਾਸਕਾਂ ਨੂੰ ਕਿਹੜੇ 2 ਉਦੇਸ਼ਾਂ ਦੀ ਪੂਰਤੀ ਲਈ ਵੱਡੇ ਪੱਧਰ 'ਤੇ ਮਜ਼ਬੂਤ ਲੱਕੜੀ ਦੀ ਜ਼ਰੂਰਤ ਸੀ? ਰੇਲਵੇ ਦੇ ਵਿਸਥਾਰ ਲਈ ਅਤੇ ਨੌ ਸੈਨਾ ਯਾਨੀ ਕਿ ਨੇਵੀ ਦੇ ਲਈ, ਠੀਕ ਆ, ਸਮੁੰਦਰੀ ਜਹਾਜ਼ ਬਣਾਉਣ ਲਈ। ਵਿਗਿਆਨਿਕ ਬਾਗਬਾਨੀ ਤੋਂ ਕੀ ਭਾਵ ਹੈ? ਵਣ ਵਿਭਾਗ ਦੇ ਨਿਯੰਤਰਣ ਵਿੱਚ ਰੁੱਖ ਕੱਟਣ ਦੀ ਉਹ ਪ੍ਰਣਾਲੀ ਜਿਸ ਵਿੱਚ ਪੁਰਾਣੇ ਰੁੱਖ ਕੱਟੇ ਜਾਂਦੇ ਹਨ ਅਤੇ ਨਵੇਂ ਰੁੱਖ ਲਾਏ ਜਾਂਦੇ ਹਨ, ਉਹਨੂੰ ਕੀ ਕਹਿੰਦੇ ਆ? ਵਿਗਿਆਨਿਕ ਬਾਗਬਾਨੀ। ਮਹੂਆ ਦੇ ਫਲ ਤੋਂ ਕੀ ਪ੍ਰਾਪਤ ਹੁੰਦਾ ਹੈ? ਖਾਣਾ ਪਕਾਉਣ ਅਤੇ ਜਲਾਉਣ ਲਈ ਤੇਲ। ਕਲੋਨੀਆਂ ਦਾ ਕੀ ਅਰਥ ਹੈ? ਇੱਕ ਅਜਿਹੀ ਜਾਇਦਾਦ ਜਿਸ ਨੂੰ ਯੋਜਨਾਬੱਧ ਤਰੀਕੇ ਨਾਲ ਵਿਦੇਸ਼ ਵਿੱਚ ਕਾਇਮ ਕੀਤਾ ਗਿਆ ਹੋਵੇ। 1890 ਵਿੱਚ ਰੇਲਵੇ ਲਾਈਨਾਂ ਦੀ ਲੰਬਾਈ ਕਿੰਨੀ ਸੀ? 25,000 ਕਿਲੋਮੀਟਰ। 1946 ਤੱਕ ਰੇਲਵੇ ਲਾਈਨਾਂ ਦੀ ਲੰਬਾਈ ਕਿੰਨੀ ਹੋ ਗਈ? 7,65,000 ਕਿਲੋਮੀਟਰ। ਯੂਰਪ ਵਿੱਚ ਓਕ ਦੇ ਦਰਖਤ ਤੋਂ ਬਣਾਏ ਜਾਂਦੇ ਸਮੁੰਦਰੀ ਜਹਾਜ਼ਾਂ ਦੀ ਔਸਤ ਮਿਆਦ ਕਿੰਨੀ ਸੀ? 18 ਸਾਲ। ਭਾਰਤ ਵਿੱਚ ਸਾਗਵਾਨ ਦੇ ਦਰਖਤ ਤੋਂ ਬਣਾਏ ਜਾਂਦੇ ਸਮੁੰਦਰੀ ਜਹਾਜ਼ਾਂ ਦੀ ਔਸਤ ਮਿਆਦ ਕਿੰਨੀ ਸੀ? 50 ਸਾਲ। 1855 ਈਸਵੀ ਵਿੱਚ ਕਿਸ ਨੇ ਵਣ ਸੁਰੱਖਿਆ ਲਈ ਸਾਰੇ ਦੇਸ਼ ਵਿੱਚ ਨਿਯਮ ਬਣਾਏ? ਲਾਰਡ ਡਲਹੌਜ਼ੀ ਨੇ। ਲਾਰਡ ਡਲਹੌਜ਼ੀ ਨੇ ਸੁਗਾਨ ਜਾਂ ਸਾਗਵਾਨ ਦੇ ਦਰਖਤ ਕਿੱਥੇ ਲਗਵਾਏ? ਮਾਲਾਬਾਰ ਦੀਆਂ ਪਹਾੜੀਆਂ 'ਤੇ। ਲਾਰਡ ਡਲਹੌਜ਼ੀ ਨੇ ਬਬੂਲ ਅਤੇ ਨੀਲਗਿਰੀ ਦੇ ਦਰਖਤ ਕਿੱਥੇ ਲਗਵਾਏ? ਨੀਲਗਿਰੀ ਦੀਆਂ ਪਹਾੜੀਆਂ 'ਤੇ। ਡਾਇਟਰਿਚ ਬ੍ਰੈਂਡਿਸ਼ ਨਾਮੀ ਇੱਕ ਜਰਮਨ ਮਾਹਿਰ ਨੂੰ ਕਿਹੜੀ ਪਦਵੀ 'ਤੇ ਨਿਯੁਕਤ ਕੀਤਾ ਗਿਆ? ਵਣ ਮਹਾਨਿਰਦੇਸ਼ਕ, ਡਾਇਰੈਕਟਰ ਜਨਰਲ। ਵਪਾਰਕ ਵਣਾਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਕਿਹੜੀ ਸੰਸਥਾ ਬਣਾਈ ਗਈ? ਭਾਰਤੀ ਵਣ ਸੇਵਾ। ਵਿਗਿਆਨਿਕ ਬਾਗਬਾਨੀ ਕੀ ਹੈ? ਇਸ ਵਿੱਚ ਮੌਜੂਦਾ ਵਣਾਂ ਵਿੱਚੋਂ ਵੱਖ-ਵੱਖ ਕਿਸਮਾਂ ਦੇ ਦਰਖਤਾਂ ਦੀ ਕਟਾਈ ਕਰਕੇ ਇੱਕੋ ਕਿਸਮ ਦੇ ਦਰਖਤਾਂ ਨੂੰ ਇੱਕੋ ਕਤਾਰ ਵਿੱਚ ਲਗਾਇਆ ਜਾਂਦਾ ਸੀ। 1855 ਈਸਵੀ ਦੇ ਵਣ ਕਾਨੂੰਨ ਅਧੀਨ ਕੀ ਕੀਤਾ ਗਿਆ? ਇਸ ਤਹਿਤ ਮਾਲਾਬਾਰ ਦੀਆਂ ਪਹਾੜੀਆਂ 'ਤੇ ਸਾਗਵਾਨ ਅਤੇ ਨੀਲਗਿਰੀ ਦੀਆਂ ਪਹਾੜੀਆਂ 'ਤੇ ਬਬੂਲ ਦੇ ਦਰਖਤ ਲਗਾਏ ਗਏ। 1864 ਈਸਵੀ ਦੇ ਵਣ ਕਾਨੂੰਨ ਦਾ ਮੁੱਖ ਉਦੇਸ਼ ਕੀ ਸੀ? ਵਣਾਂ ਦੀ ਸੁਰੱਖਿਆ ਸੰਬੰਧੀ ਕਾਨੂੰਨਾਂ ਦੀ ਪਾਲਣਾ ਹਿੱਤ ਭਾਰਤੀ ਵਣ ਵਿਭਾਗ ਦੀ ਸਥਾਪਨਾ ਕੀਤੀ ਗਈ ਅਤੇ ਇਸ ਦਾ ਮੁੱਖ ਉਦੇਸ਼ ਵਪਾਰਕ ਬਾਗਬਾਨੀ ਨੂੰ ਉਤਸ਼ਾਹਿਤ ਕਰਨਾ ਸੀ। 1865 ਈਸਵੀ ਦੇ ਭਾਰਤ ਦੇ ਵਣ ਕਾਨੂੰਨ ਦਾ ਕੀ ਉਦੇਸ਼ ਸੀ? ਜੰਗਲ ਦੇ ਪ੍ਰਬੰਧਾਂ ਲਈ ਸਰਕਾਰ ਕੋਈ ਕਾਨੂੰਨ ਬਣਾ ਸਕਦੀ ਸੀ ਅਤੇ ਸਰਕਾਰ ਰੁੱਖਾਂ ਦੁਆਰਾ ਘਿਰੀ ਹੋਈ ਕਿਸੇ ਵੀ ਜ਼ਮੀਨ ਨੂੰ ਸਰਕਾਰੀ ਵਣ ਘੋਸ਼ਿਤ ਕਰ ਸਕਦੀ ਸੀ। ਜੰਗਲਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਦੇ ਅਧਿਕਾਰਾਂ ਬਾਰੇ ਕੁਝ ਵੀ ਨਹੀਂ ਕਿਹਾ ਗਿਆ ਹੈ ਇਹਦੇ ਵਿੱਚ, ਅਤੇ ਇਹ ਕਾਨੂੰਨ ਉਹਨਾਂ ਜੰਗਲਾਂ 'ਤੇ ਲਾਗੂ ਹੁੰਦਾ ਸੀ ਜੋ ਸਰਕਾਰ ਦੇ ਨਿਯੰਤਰਣ ਵਿੱਚ ਸਨ। 1878 ਈਸਵੀ ਦੇ ਭਾਰਤੀ ਵਣ ਐਕਟ ਅਧੀਨ ਭਾਰਤੀ ਵਣਾਂ ਨੂੰ ਕਿਹੜੀਆਂ 3 ਸ਼੍ਰੇਣੀਆਂ ਵਿੱਚ ਵੰਡ ਦਿੱਤਾ ਗਿਆ? ਰਾਖਵੇਂ ਵਣ, ਸੁਰੱਖਿਆ ਵਣ ਅਤੇ ਗ੍ਰਾਮੀਣ ਵਣ। ਰਾਖਵੇਂ ਵਣਾਂ ਤੋਂ ਕੀ ਭਾਵ ਹੈ? ਇਹ ਵਣ ਲੱਕੜੀ ਦੇ ਵਪਾਰਕ ਉਤਪਾਦਨ ਲਈ ਰੱਖੇ ਗਏ ਸੀ ਅਤੇ ਇਹਨਾਂ ਵਣਾਂ ਵਿੱਚ ਪਸ਼ੂ ਚਾਰਨ ਅਤੇ ਖੇਤੀ ਕਰਨ ਦੀ ਸਖਤ ਮਨਾਹੀ ਸੀ। ਕਿਹਨਾਂ ਵਿੱਚ? ਰਾਖਵੇਂ ਵਣਾਂ ਵਿੱਚ। ਸੁਰੱਖਿਆ ਵਣਾਂ ਤੋਂ ਕੀ ਭਾਵ ਹੈ? ਸੁਰੱਖਿਅਤ ਵਣਾਂ ਤੋਂ। ਇਹਨਾਂ ਵਣਾਂ ਵਿੱਚ ਪਸ਼ੂ ਚਾਰਨ ਅਤੇ ਖੇਤੀ ਕਰਨ ਦੀ ਮਨਾਹੀ ਸੀ। ਲੋਕਾਂ ਨੂੰ ਵਣਾਂ ਦੀ ਵਰਤੋਂ ਕਰਨ ਬਦਲੇ ਸਰਕਾਰ ਨੂੰ ਕੁਝ ਦੇਣਾ ਪੈਂਦਾ ਸੀ। ਕਈ ਵਾਰ ਲੋਕਾਂ ਨੂੰ ਵਣਾਂ ਦੀ ਵਰਤੋਂ ਕਰਨ ਲਈ ਅਨੁਮਤੀ ਹੈ ਜਿਹੜੀ ਉਹ ਲੈਣ ਲਈ ਵੀ ਰਿਸ਼ਵਤ ਦੇਣੀ ਪੈਂਦੀ ਸੀਗੀ। ਪੇਂਡੂ ਵਣ ਕਿਹੜੇ ਸਨ? ਵਣਾਂ ਦੇ ਨੇੜੇ ਰਹਿਣ ਵਾਲੇ ਲੋਕ ਇਹਨਾਂ ਵਣਾਂ ਤੋਂ ਘਰ ਬਣਾਉਣ ਅਤੇ ਜਲਾਉਣ ਲਈ ਲੱਕੜੀ ਪ੍ਰਾਪਤ ਕਰ ਸਕਦੇ ਸਨ। ਉਹਨਾਂ ਨੂੰ ਪੇਂਡੂ ਵਣ ਕਹਿੰਦੇ ਸੀ। 1906 ਈਸਵੀ ਵਿੱਚ ਵਣਾਂ ਦੀ ਸੁਰੱਖਿਆ ਲਈ ਕਿਸ ਦੀ ਸਥਾਪਨਾ ਕੀਤੀ ਗਈ? ਇੰਪੀਰੀਅਲ ਵਣ ਖੋਜ ਕੇਂਦਰ, ਦੇਹਰਾਦੂਨ ਦੀ ਸਥਾਪਨਾ ਕੀਤੀ ਗਈ। ਭਾਰਤੀ ਵਣ ਕਾਨੂੰਨ ਕਦੋਂ ਲਾਗੂ ਕੀਤਾ ਗਿਆ? 1927 ਈਸਵੀ ਵਿੱਚ। ਭਾਰਤੀ ਵਣ ਕਾਨੂੰਨ 1927 ਦੇ ਕੀ ਉਦੇਸ਼ ਸਨ? ਜੰਗਲਾਂ ਨਾਲ ਸੰਬੰਧਿਤ ਕਾਨੂੰਨ ਨੂੰ ਮਜ਼ਬੂਤ ਕਰਨਾ, ਜੰਗਲੀ ਲੱਕੜ ਦਾ ਉਤਪਾਦਨ ਵਧਾਉਣ, ਇਮਾਰਤੀ ਲੱਕੜੀ ਅਤੇ ਹੋਰ ਜੰਗਲੀ ਉਪਜਾਂ 'ਤੇ ਕਰ ਲਗਾਉਣ, ਅਤੇ ਇਹ ਕਾਨੂੰਨ ਤੋੜਨ ਵਾਲੇ ਨੂੰ ਕੈਦ ਅਤੇ ਜੁਰਮਾਨਾ ਕਰਨ ਦੀ ਸਜ਼ਾ ਦੇਣ ਦੀ ਤਜਵੀਜ਼ ਵੀ ਕੀਤੀ ਗਈ ਸੀਗੀ। ਕਿਹੜੇ ਐਕਟ ਵਿੱਚ? 1927 ਦੇ। ਇੱਕ ਅਨੁਮਾਨ ਅਨੁਸਾਰ ਪਿਛਲੇ 50-60 ਸਾਲਾਂ ਯਾਨੀ ਕਿ 1875 ਤੋਂ 1925 ਈਸਵੀ ਤੋਂ ਕਿੰਨੇ ਭੇੜੀਏ, ਬਾਘ ਅਤੇ ਤੇਂਦੂਏ ਮਾਰ ਮੁਕਾਏ ਗਏ ਹਨ? ਭੇੜੀਆਂ ਦੀ ਸੰਖਿਆ ਦੇਖੀ ਜਾਵੇ ਤਾਂ 2 ਲੱਖ, ਠੀਕ ਆ। ਬਾਘ ਆ ਜਿਹੜੇ ਉਹ 80,000 ਅਤੇ ਜਿਹੜੇ ਤੇਂਦੂਏ ਨੇ ਉਹ 1,50,000
ਮਾਰ ਮੁਕਾਏ ਗਏ ਨੇ ਇੰਨੇ ਜਿਹੜੇ ਜਾਨਵਰ ਨੇ। ਆਜ਼ਾਦੀ ਤੋਂ ਬਾਅਦ ਭਾਰਤ ਵਿੱਚ ਕਿਹੜੀ ਵਣ ਨੀਤੀ ਆਈ? 1952 ਈਸਵੀ ਦੀ ਵਣ ਨੀਤੀ। 1952 ਦੀ ਵਣ ਨੀਤੀ ਵਿੱਚ ਕਿਹੜੇ ਹਿੱਤ ਦੀ ਗੱਲ ਕੀਤੀ ਗਈ? ਸਰਵਜਨਕ ਹਿੱਤ ਦੀ ਥਾਂ ਰਾਸ਼ਟਰੀ ਹਿੱਤ ਦੀ ਗੱਲ ਕੀਤੀ ਗਈ, ਜਿਸ ਦਾ ਉਦੇਸ਼ ਉਦਯੋਗਾਂ ਲਈ ਕੱਚੇ ਮਾਲ ਦੀ ਪ੍ਰਾਪਤੀ ਸੀ। ਆਜ਼ਾਦੀ ਤੋਂ ਬਾਅਦ ਸੰਵਿਧਾਨਿਕ ਸੋਧਾਂ ਦੁਆਰਾ ਵਣਾਂ ਨੂੰ ਕਿਹੜੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ? ਸਮਵਰਤੀ ਸੂਚੀ ਵਿੱਚ। ਵਣ ਅਧਿਕਾਰ ਕਾਨੂੰਨ 2006 ਕਦੋਂ ਪਾਸ ਕੀਤਾ ਗਿਆ? 18 ਦਸੰਬਰ 2006 ਈਸਵੀ ਨੂੰ। ਵਣ ਅਧਿਕਾਰ ਕਾਨੂੰਨ 2006 ਕਿਸ ਨਾਲ ਜੁੜਿਆ ਹੈ? ਵਣਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਅਧਿਕਾਰਾਂ ਨਾਲ। ਜਲ, ਜੰਗਲ ਅਤੇ ਜ਼ਮੀਨ ਦੀ ਰਾਖੀ ਲਈ ਕੀਤੇ ਗਏ ਅੰਦੋਲਨ ਵਿੱਚੋਂ ਸਭ ਤੋਂ ਅਹਿਮ ਅੰਦੋਲਨ ਕਿਹੜਾ ਹੈ? ਮੁੰਡਾ ਅੰਦੋਲਨ। ਮੁੰਡਾ ਅੰਦੋਲਨ ਕਿਸ ਦੀ ਅਗਵਾਈ ਹੇਠ ਚਲਾਇਆ ਗਿਆ? ਆਦੀਵਾਸੀ ਨੇਤਾ ਬਿਰਸਾ ਮੁੰਡਾ ਦੀ ਅਗਵਾਈ ਹੇਠ। ਬਿਰਸਾ ਮੁੰਡਾ ਦਾ ਜਨਮ ਕਦੋਂ ਹੋਇਆ? 1875 ਈਸਵੀ ਨੂੰ। ਬਿਰਸਾ ਮੁੰਡਾ ਦਾ ਜਨਮ ਕਿੱਥੇ ਹੋਇਆ? ਰਾਂਚੀ, ਝਾਰਖੰਡ ਦੇ ਨੇੜੇ ਲਿਹਾਤੂ ਨਾਮਕ ਪਿੰਡ ਵਿੱਚ। ਬਿਰਸਾ ਮੁੰਡਾ ਦੇ ਪਿਤਾ ਦਾ ਨਾਂ ਕੀ ਸੀ? ਸੁਗਨਾ ਮੁੰਡਾ। ਬਿਰਸਾ ਮੁੰਡਾ ਦੀ ਮਾਤਾ ਦਾ ਨਾਂ ਕੀ ਸੀ? ਰਕਮੀ ਹਾਟੂ। ਬਿਰਸਾ ਮੁੰਡਾ ਦਾ ਪਰਿਵਾਰ ਕਿਹੋ ਜਿਹਾ ਜੀਵਨ ਬਤੀਤ ਕਰਦਾ ਸੀ? ਘੁਮੱਕੜ। ਬਿਰਸਾ ਮੁੰਡਾ ਦਾ ਬਚਪਨ ਕਿੱਥੇ ਬੀਤਿਆ? ਚਲਕੜ ਪਿੰਡ ਵਿੱਚ। ਬਿਰਸਾ ਮੁੰਡਾ ਨੂੰ ਕਿਹੜੇ ਸਕੂਲ ਵਿੱਚ ਪੜ੍ਹਨ ਲਈ ਭੇਜਿਆ ਗਿਆ? ਕ੍ਰਿਸਚੀਅਨ ਸਕੂਲ ਵਿੱਚ, ਜਿੱਥੇ ਉਸ ਦਾ ਨਾਂ ਬਿਰਹਾ ਡੇਵਿਡ ਹੋ ਗਿਆ। ਇੱਥੇ ਬਿਰਹਾ ਦੀ ਜਗ੍ਹਾ ਬਿਰਸਾ ਵਾ, ਬਿਰਸਾ ਡੇਵਿਡ। ਆਨੰਦ ਪਾਂਡੇ ਦੇ ਸੰਪਰਕ ਵਿੱਚ ਆ ਕੇ ਉਸਨੇ ਕਿਹੜੀ ਸਿੱਖਿਆ ਗ੍ਰਹਿਣ ਕੀਤੀ? ਹਿੰਦੂ ਧਰਮ ਦੀ। ਵਣ ਸੁਰੱਖਿਆ ਕਾਨੂੰਨ ਵਿੱਚ ਸੋਧ ਕਦੋਂ ਕੀਤੀ ਗਈ? 1980 ਈਸਵੀ ਵਿੱਚ। ਕਿਹੜੇ ਈਸਾਈ ਪਾਦਰੀ ਨੇ ਕਬੀਲੇ ਦੇ ਲੋਕਾਂ ਨੂੰ ਜ਼ਮੀਨਾਂ ਵਾਪਸ ਦੇਣ ਦਾ ਲਾਲਚ ਦੇ ਕੇ ਈਸਾਈ ਧਰਮ ਅਪਣਾਉਣ ਲਈ ਕਿਹਾ? ਡਾਕਟਰ ਨੌਟਰੇਟ ਨੇ। ਬਿਰਸਾ ਮੁੰਡਾ ਨੂੰ ਮੁੰਡਾ ਜਿਹੜਾ ਸੀ ਉਹਨੂੰ ਕਿਵੇਂ ਪੂਜਣ ਲੱਗੇ? ਤੇ ਆਦਿਕ ਜਿਹੜਾ ਮਿਸਪ੍ਰਿੰਟ ਹੋਇਆ ਪੂਜਣ ਲੱਗੇ। ਧਰਤੀ ਬਾਬਾ ਦੇ ਨਾਮ ਨਾਲ ਜਿਹੜਾ ਸੀ ਉਹਨੂੰ ਪੂਜਣ ਲੱਗ ਗਏ ਲੋਕ। 400 ਮੁੰਡਾ ਵਿਦਰੋਹੀਆਂ ਨੇ ਕਿਸ ਸਥਾਨ 'ਤੇ ਹਮਲਾ ਕੀਤਾ? ਖੂੰਟੀ ਥਾਣੇ 'ਤੇ। ਬਿਰਸਾ ਮੁੰਡਾ ਦੀ ਮੌਤ ਕਦੋਂ ਹੋਈ? 9 ਜੂਨ 1900 ਈਸਵੀ ਨੂੰ। ਰਾਜਸਥਾਨ ਥਾਰ ਮਾਰੂਥਲ ਦੇ ਲੋਕ ਕਿਹੜੇ ਦਰੱਖਤ ਦੀ ਪੂਜਾ ਕਰਦੇ ਹਨ? ਜੰਡ ਦੀ। ਖੇਜੜਲੀ ਪਿੰਡ ਵਿੱਚ ਕਿਸ ਨੇ ਜੰਡ ਦੇ ਦਰੱਖਤਾਂ ਦੀ ਕਟਾਈ ਦਾ ਵਿਰੋਧ ਕੀਤਾ? 1787 ਈਸਵੀ ਵਿੱਚ ਅਮਰਤਾ ਦੇਵੀ ਬਿਸ਼ਨੋਈ ਅਤੇ ਉਸ ਦੀਆਂ ਪੁੱਤਰੀਆਂ ਨੇ। ਜੋਧਪੁਰ ਦੇ ਰਾਜੇ ਨੂੰ ਕਿਸ ਭਾਈਚਾਰੇ ਦੇ ਲੋਕਾਂ ਨੇ ਕੁਰਬਾਨੀ ਦੇ ਕੇ ਰੁੱਖਾਂ ਦੀ ਕਟਾਈ ਤੋਂ ਰੋਕਿਆ? ਬਿਸ਼ਨੋਈ ਭਾਈਚਾਰੇ ਦੇ ਲੋਕਾਂ ਨੇ। ਇਸ ਦੇ ਨਾਲ ਹੀ ਮੇਰਾ ਅੱਜ ਦਾ ਇਹ ਲੈਸਨ ਆ ਜਿਹੜਾ ਖਤਮ ਹੁੰਦਾ। ਆਈ ਹੋਪ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ। ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ। ਮਿਲਦੇ ਹਾਂ ਨੈਕਸਟ ਵੀਡੀਓ 'ਚ।